कुछ बातां कुछ सेधां। हाज़रीन, इस तहत हाज़रा कहानी अंदर दी अख दा दूजा भाग लैके। राजे दी कचहरी लगी हुई है। सब तो पहला बुढ़ी औरत अपनी समस्या दसदी है। महाराज, इन्हां तिन्नां नौजवानां ने मेरी झुग्गी साड़ के सुआह कर दित्ती है। हुण मेरे को सिर ढकण दी थां ही कोई नहीं है। राजा कहंदा, हाँ वे ते नौजवानों, तुसीं इस बुढ़ी औरत नूं इस तकलीफ दे विच क्यों पाया? ਵੱਡਾ ਸ਼ਹਿਜ਼ਾਦਾ बहुत ही ਨਿਮਰਤਾ ਦੇ ਨਾਲ ਕਹਿੰਦਾ, ਮਹਾਰਾਜ ਸਾਨੂੰ ਸਜ਼ਾ ਦੇਣ ਤੋਂ ਪਹਿਲਾਂ ਮੈਨੂੰ ਆਗਿਆ ਦਿੱਤੀ ਜਾਵੇ ਕਿ ਮੈਂ ਕੁਝ ਸਵਾਲ ਇਹਨਾਂ ਮਾਤਾ ਜੀ ਤੋਂ ਪੁੱਛ ਸਕਾਂ। ਉਹ ਕਹਿੰਦੇ ਹਾਂ ਆਗਿਆ ਹੈ। ਉਹ ਕਹਿੰਦਾ, ਮਾਤਾ ਜੀ, ਕੱਖਾਂ ਦੀ ਪੰਡ ਝੁੱਗੀ ਦੇ ਅੰਦਰ ਕਿਸਨੇ ਰੱਖੀ ਸੀ? ਕਹਿੰਦੀ ਮੈਂ ਰੱਖੀ ਸੀ। ਕਹਿੰਦੇ ਉਹਨੂੰ ਤੀਲ ਬਾਲ ਕੇ ਜਲਾਇਆ ਕਿਹਨੇ? ਕਹਿੰਦੀ ਮੈਂ ਅੱਗ ਲਾਈ ਸੀ। ਤੇ ਫਿਰ ਕੀ ਹੋਇਆ ਮਾਤਾ ਜੀ? ਫਿਰ ਝੁੱਗੀ ਸੜ ਕੇ ਸੁਆਹ ਹੋ ਗਈ। ਕਹਿੰਦੇ ਮਹਾਰਾਜ, ਇਹ ਮਾਤਾ ਜੀ ਕਹਿੰਦੇ ਸਨ ਕਿ ਮੈਨੂੰ ਵੇਖ ਕੇ ਹੀ ਸਮਝ ਆਉਂਦੀ ਹੈ ਹਨੂਮਾਨ ਜੀ ਨੇ ਲੰਕਾ ਕਿਵੇਂ ਜਲਾਈ, ਤੇ ਅਸੀਂ ਇਹਨਾਂ ਨੂੰ ਕਿਹਾ ਵੀ ਇਦਾਂ ਰੱਖ ਕੇ ਜਲਾ ਲਓ ਤਾਂ ਇਹ ਜਲ ਕੇ ਸੁਆਹ ਹੋ ਗਈ। ਰਾਜੇ ਨੇ ਕਿਹਾ ਕਿ ਹੇ ਮਾਤਾ, ਤੁਸੀਂ ਆਪ ਹੀ ਆਪਣੇ ਅੰਦਰ ਰੱਖਿਓ ਕੱਖ ਨੂੰ ਤੀਲੀ ਬਾੜ ਰਹੇ ਹੋ ਤਾਂ ਝੁੱਗੀ ਸੜੇਗੀ ਹੀ। ਮਹਾਰਾਜ, ਉਹ ਤਾਂ ਇਹ ਕਹਿੰਦੇ ਸੀ ਵੀ ਇਸ ਤਰ੍ਹਾਂ ਹਨੂਮਾਨ ਜੀ ਨੇ ਲੰਕਾ ਜਲਾ ਦਿੱਤੀ। ਸੋ ਇਸ ਤਰ੍ਹਾਂ ਇਹ ਬਿਆਨ ਕਰਦਿਆਂ ਉਹ ਪਹਿਲੇ ਜੁਰਮ ਚੋਂ ਬਰੀ ਹੋ ਜਾਂਦੇ ਨੇ। दूसरा जुर्म मर्द मानू ने कहा कि महाराज, मेरी औरत घरों चले गई, इन्हों ने उहदियां निशानियां सही दसियां पर ये दसदे नहीं उन्होंने छुपाया कित्थे होया है। हाँ वे नौजवानों, दसो तुहानू किहदा पता, इहदी औरत दीयां निशानियां किवें पता? महाराज, असी गौह दे नाल धरती वल वेखदे जा रहे सां ते धरती उत्थों गिल्ली सी। ਇਹ आसानी दे नाल जाणिया जा सकदा कि ਜਿਹੜੇ पैरां दे निशान ने ਉਹ ਇੱਕ औरत दे पैरां दे सन। अच्छा, फिर अगली निशानी तुसी किस तरह लभी? दूसरा शहजादा कहंदा, महाराज, खब्बा पैर जिहड़ा आ ਉਹ सज्जे नालों ज़्यादा खुबमा सी। सो इस तो अंदाज़ा लाया जा सकता है कि खब्बे पासे भार सी। ਇਹਦਾ मतलब उस ਢਾਕ ਦੇ ਉੱਤੇ ਉਸਨੇ ਬੱਚੇ ਨੂੰ ਚੁੱਕਿਆ ਹੋਇਆ ਸੀ। ਇਹ ਮੇਰਾ ਅੰਦਾਜ਼ਾ ਸੀ। ਤੀਸਰੀ ਹੋਰ ਇਹਦੀ ਪਰਖ ਦੱਸੀ, ਉਹ ਕਿਵੇਂ ਜਾਣਿਆ? ਉਹ ਕਹਿੰਦੇ, ਮਹਾਰਾਜ, ਜਿਹੜੇ ਕਮੀਆਂ ਦੇ ਬੱਚੇ ਨੇ ਉਹ ਬਚਪਨ ਤੋਂ ਨੰਗੇ ਪੈਰੀ ਤੁਰਦੇ ਨੇ। ਜਿੱਥੇ ਬਾਕੀਆਂ ਦਾ ਤਲਾ ਜਿਹੜਾ ਹੈ ਪੈਰ ਦਾ ਉਹ ਧਰਤੀ ਨੂੰ ਛੂੰਹਦਾ ਨਹੀਂ, ਕਮੀਆਂ ਦੇ ਬੱਚਿਆਂ ਦਾ ਅਕਸਰ ਪੂਰਾ ਪੈਰ ਨਿਸ਼ਾਨ ਬਣਾਉਂਦਾ ਹੈ। ਇਸ ਤੋਂ ਮੈਂ ਅੰਦਾਜ਼ਾ ਲਗਾਇਆ ਕਿ ਉਹ ਕੰਮੀ ਪਰਿਵਾਰ ਦੇ ਨਾਲ ਤਲੁਕਾਤ ਰੱਖਦੀ ਸੀ। ਫਟੇ ਪੁਰਾਣੇ ਕੱਪੜਿਆਂ ਦਾ ਕਹਿਣਾ ਇਹ ਤਾਂ ਮੇਰਾ ਅੰਦਾਜ਼ਾ ਸੀ। ਸੋ ਇਹ ਵੇਖ ਕੇ ਰਾਜਾ ਚਕਿਤ ਰਹਿ ਗਿਆ ਕਿ ਅੱਛਾ ਇਸ ਤਰ੍ਹਾਂ ਹੁੰਦਾ ਹੈ। ਰਾਜੇ ਨੇ ਦੂਸਰੇ ਜੁਰਮ ਦੇ ਵਿੱਚੋਂ ਵੀ ਉਹਨਾਂ ਨੂੰ ਬਰੀ ਕਰ ਦਿੱਤਾ। ਕਹਿੰਦਾ ਤੀਸਰਾ, ਹਾਂ ਬਈ ਊਠਵਾਨ, ਤੇਰੀ ਕੀ ਸ਼ਿਕਾਇਤ ਹੈ? ਉਹਨੇ ਦੱਸਿਆ ਵੀ ਆਹ ਨਿਸ਼ਾਨੀਆਂ ਇਹਨੇ ਦੱਸੀਆਂ ਨੇ, ਪਰ ਇਹ ਦੱਸਦੇ ਨਹੀਂ ਕਿ ਮੇਰਾ ਊਠ ਕਿੱਥੇ ਆ। ਅੱਛਾ, ਊਠ ਦੀਆਂ ਨਿਸ਼ਾਨੀਆਂ ਤੁਸੀਂ ਕਿਵੇਂ ਜਾਣੀਆਂ? ਮਹਾਰਾਜ, ਊਠ ਦੇ ਪੈਰਾਂ ਦੇ ਨਿਸ਼ਾਨ ਇਸ ਤਰ੍ਹਾਂ ਲੱਭੇ ਵੀ ਤੁਰੇ ਜਾ ਰਹੇ ਸਾਂ, ਜਾਨਵਰ ਦੀ ਪੈੜ ਦੇਖੀ ਤੇ ਸਾਨੂੰ ਪਰਖ ਸੀ ਵੀ ਇਹ ਜਿਹੜੀ ਪੈੜ ਹੈ ਇਹ ਊਠ ਦੀ ਹੈ, ਤੇ ਉਹਦੀ ਪਿਛਲੀ ਖੱਬੀ ਲੱਤ ਜਿਹੜੀ ਆ ਉਹ ਧਰਤੀ ਨਾਲ ਛੂੰਹਦੀ, ਮਤਲਬ ਉਹਦਾ ਨਿਸ਼ਾਨ ਕੋਈ ਨਹੀਂ ਮਿਲ ਰਿਹਾ ਸੀ। ਇਸ ਕਰਕੇ ਅੰਦਾਜ਼ਾ ਲਾਇਆ ਵੀ ਊਠ ਜਿਹੜਾ ਸੀ ਉਹ ਲੰਗੜਾ ਸੀ। ਅੱਛਾ, ਕਹਿੰਦੇ ਇਹ ਤਾਂ ਪਹਿਲੀ ਨਿਸ਼ਾਨੀ ਹੋ ਗਈ। ਤੁਹਾਨੂੰ ਕਿਵੇਂ ਪਤਾ ਲੱਗਾ ਵੀ ਉਹਦੇ ਉੱਤੇ ਸ਼ੱਕਰ ਲੱਦੀ ਹੋਈ ਸੀ? ਕਹਿੰਦੇ ਸ਼ੱਕਰ ਦਾ ਅੰਦਾਜ਼ਾ ਮਹਾਰਾਜ ਅਸੀਂ ਇਸ ਤਰ੍ਹਾਂ ਲਾਇਆ ਵੀ ਉੱਥੇ ਕੀੜੀਆਂ ਉਹਦੇ ਦੋਨੇ ਪਾਸੇ ਪੈੜ ਦੇ ਤੁਰੀਆਂ ਜਾਂਦੀਆਂ ਸੀ। ਇਹਦਾ ਮਤਲਬ ਹੈ ਵੀ ਸ਼ੱਕਰ ਹੋਏਗੀ ਤੇ ਉਹ ਜ਼ਮੀਨ ਤੇ ਗਿਰੀ ਹੈ ਤੇ ਕੀੜੀਆਂ ਦੀਆਂ ਜਿਹੜੀਆਂ ਕਤਾਰਾਂ ਨੇ ਉਹ ਨਜ਼ਰੀ ਪੈ ਰਹੀਆਂ ਨੇ। ਅੱਛਾ, ਕਹਿੰਦੇ ਤੀਸਰੀ ਨਿਸ਼ਾਨੀ ਤੁਸੀਂ ਇਹ ਕਿਵੇਂ ਦੱਸੀ ਵੀ ਉਹ ਅੰਨਾ ਸੀ? ਕਹਿੰਦੇ ਮਹਾਰਾਜ, ਉੱਥੇ ਦੋਵੇਂ ਪਾਸੇ ਰੁੱਖ ਸਨ ਤੇ ਦੋਵੇਂ ਪਾਸੇ ਉਹਨਾਂ ਦੇ ਪੱਤੇ ਉਸ ਪੈੜ ਦੇ ਉੱਪਰ ਆਉਂਦੇ ਸੀ, ਪਰ ਇੱਕ ਪਾਸੇ ਦੀਆਂ ਝਾੜੀਆਂ ਤੇ ਇੱਕ ਪਾਸੇ ਰੁੱਖਾਂ ਦੇ ਪੱਤੇ ਜਿਹੜੇ ਆ ਉਹ ਹੇਠਾਂ ਕਿੱਲ ਰਹੇ ਸੀ। ਉਧਰ ਮੂੰਹ ਮਾਰਿਆ ਨਜ਼ਰ ਆਉਂਦਾ ਸੀ, ਦੂਸਰੇ ਪਾਸੇ ਨਜ਼ਰ ਨਹੀਂ ਆਉਂਦਾ ਸੀ। ਇਹਦਾ ਮਤਲਬ ਹੈ ਕਿ ਊਠ ਨੂੰ ਦੂਸਰੀ ਅੱਖੋਂ ਨਜ਼ਰ ਨਹੀਂ ਸੀ ਆਉਂਦਾ, ਇਸ ਕਰਕੇ ਉਹਨੇ ਸਿਰਫ ਇੱਕ ਪਾਸੇ ਹੀ ਮੂੰਹ ਮਾਰਿਆ। ਰਾਜਾ ਬੜੀ ਹੈਰਤ ਦੇ ਵਿੱਚ ਪੈ ਜਾਂਦਾ ਹੈ ਕਿ ਵਾਹ ਕਿਆ ਬਾਤ ਹੈ, ਕਿਆ ਬੁੱਧੀ ਹੈ ਇਹਨਾਂ ਦੀ। ਰਾਜੇ ਦੇ ਮਨ 'ਚ ਆਇਆ ਕਿ ਮੈਂ ਇਹਨਾਂ ਦੀ ਪਰਖ ਖੁਦ ਕਿਉਂ ਨਾ ਕਰਾਂ, ਏਡੇ ਬੁੱਧੀਮਾਨ ਨੇ ਤਾਂ। ਰਾਜਾ ਕਹਿੰਦਾ ਉਹਨਾਂ ਜੁਰਮਾਂ 'ਚ ਤਾਂ ਤੁਹਾਨੂੰ ਕਰ ਦਿੱਤਾ ਬਰੀ, ਪਰ ਤੁਹਾਨੂੰ ਮੇਰੇ 3 ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਇਕੱਲੇ ਨੇ ਇੱਕ ਸਵਾਲ ਦਾ ਜਵਾਬ ਦੇਣਾ ਹੈ। ਰਾਜੇ ਨੇ ਵੱਡੇ ਸ਼ਹਿਜ਼ਾਦੇ ਵੱਲ ਮੂੰਹ ਕੀਤਾ। ਹਾਂ ਵੀ ਨੌਜਵਾਨ, ਤੈਂ ਜਵਾਬ ਦੇਣਾ ਹੈ। ਰਾਜੇ ਨੇ ਉਹਦੇ ਵੱਲ ਇਸ਼ਾਰਾ ਕਰਕੇ ਇੱਕ ਕੀਤਾ। ਸ਼ਹਿਜ਼ਾਦੇ ਨੇ ਅੱਗੋਂ 2 ਉਂਗਲਾਂ ਕਰ ਦਿੱਤੀਆਂ। ਰਾਜਾ ਕਹਿੰਦਾ ਮੇਰੀ ਇੱਕ ਤੇ ਤੇਰੀਆਂ 2 ਦਾ ਕੀ ਮਤਲਬ ਹੈ? ਮਹਾਰਾਜ ਕਹਿੰਦਾ ਤੁਸੀਂ ਇੱਕ ਦਾ ਇਸ਼ਾਰਾ ਕੀਤਾ ਹੈ। ਤੁਸੀਂ ਕਿਹਾ ਕਿ ਸਰਵ ਸ਼ਕਤੀਮਾਨ ਤਾਕਤ ਇੱਕ ਜਾਣੀ ਪਰਮਾਤਮਾ ਹੈ। ਮੈਂ 2 ਦਾ ਇਸ਼ਾਰਾ ਇਸ ਲਈ ਕੀਤਾ, ਮੇਰੇ ਮੁਤਾਬਕ ਉੱਪਰ ਪਰਮਾਤਮਾ ਹੈ ਤੇ ਹੇਠਾਂ ਰਾਜਨ ਤੁਸੀਂ ਹੋ। ਸੋ ਪ੍ਰਜਾ ਦੇ ਲਈ, ਆਮ ਬੰਦਿਆਂ ਦੇ ਲਈ 2 ਸਰਵ ਸ਼ਕਤੀਮਾਨ ਤਾਕਤਾਂ ਹੁੰਦੀਆਂ ਨੇ।
राजा चकित हो गया। फिर दूसरे शहजादे वाल नजर उठाई गई ते राजे ने अपनी छाती ते हथ मारिया एक तरह। दूसरे शहजादे ने छाती ते हथ मार के नाल सिर नूं भी हथ मारिया। राजा कहंदा इहदा की मतलब है? कहंदे राजन तुसी छाती ते हथ मार के दस्सिया कि बंदा बलशाली है, यही उहदी ताकत है, ते मैं सिर नूं हथ इस करके लाया कि सरीरक बल दे नाल नाल मानसिक जानी बुद्धि दा होना भी उन्ना ही बलशाली हुंदा है। सो जिस व्यक्ति दी बुद्धि शक्तिशाली है वह कई बार सरीरक ताकत दे नालों भी वड्डे काम कर जाता है। राजा फिर अचंभित हो जाता है कि बिल्कुल सही इहदा जवाब है। फिर तीसरे शहजादे नूं कहा कि हुण तेरी बारी है। राजे ने बाहां अगे कीतियां ते इस तरह घुमा दित्तियां। अगों शहजादे ने बाहां भी घुमातियां ते लत्तां भी घुमा दित्तियां। राजा कहंदे इहदा की मतलब है? शहजादा कहंदा महाराज तुसीं दस्सिया कि काम करन दे नाल असीं अनुभव करदे हां तां ज्ञान वधदा है। महाराज मैं लत्तां इस करके घुमाईयां कि कई बार दूर दराडे दी सैर सपाटा करन दे नाल जानी घुम्मण दे नाल तरह तरह दे लोकां नूं मिलन दे नाल भी अनुभव इकट्ठा हुंदा है। राजा अचंभित हो गया, खुश हो गया, कहंदा तुसीं साडे मेहमान हो ते अज मेहमान नवाजी असीं करांगे। तुसीं दसो कि तुहानूं की खास तौर दे उत्ते पसंद है, तुहाडी इच्छा पूर्ति करी जाएगी ते तुसीं अज राज महलां दे विच ही रात गुजारोगे। वड्डा शहजादा कहंदा महाराज मैनूं बुरी मੱਝ दा दुੱਧ निरोल बहुत पसंद है, मैं ਉਹ पीण दी इच्छा रखदा हां। दूसरे ने पूछा गया भी तेरी की खास इच्छा है? कहंदा महाराज मैनूं चावल बहुत पसंद ने बासमती दे ਜਿਹੜੇ कि वधिया तरह दे होण। कहंदे अच्छा ठीक है तैनूं ਉਹ पहुंच जाणगे। तीसरे ਨੂੰ ਪੁੱਛਿਆ ਗਿਆ कि ਤੈਨੂੰ ਕੀ पसंद है? महाराज मैनूं मसाज कराउणी बहुत पसंद है। ਤਿੰਨਾਂ ਨੂੰ ਅਲੱਗ-ਅਲੱਗ ਕਮਰੇ ਦੇ ਦਿੱਤੇ ਗਏ ਤੇ ਰਾਜੇ ਨੇ ਹੁਕਮ ਦੇ ਦਿੱਤਾ ਕਿ ਤਿੰਨਾਂ ਦਾ ਖਾਸ ਖਿਆਲ ਰੱਖਿਆ ਜਾਵੇ। ਰਾਤ ਬੀਤ ਗਈ। ਫਿਰ ਸ਼ਹਿਜ਼ਾਦੇ ਅਗਲੇ ਦਿਨ ਰਾਜਾ ਸਾਹਿਬ ਦੇ ਨਾਲ ਮੁਲਾਕਾਤ ਕਰਦੇ ਨੇ। ਰਾਜਾ ਸਾਹਿਬ ਪੁੱਛਦੇ ਆ ਵੀ ਕਿਵੇਂ ਤੁਹਾਡੀਆਂ ਜ਼ਰੂਰਤਾਂ ਪੂਰੀਆਂ ਹੋ ਗਈਆਂ, ਆਨੰਦ ਆਇਆ ਸਮਾਂ ਬਿਤਾਉਣ ਦਾ ਮਹਿਲਾਂ ਦੇ ਵਿੱਚ? ਵੱਡਾ ਸ਼ਹਿਜ਼ਾਦਾ ਕਹਿੰਦਾ ਕਿ ਰਾਜਾ ਸਾਹਿਬ ਸੱਚ-ਸੱਚ ਦੱਸਾਂ ਕਿ ਰਾਤ ਜੋ ਮੈਨੂੰ ਦੁੱਧ ਉਪਲਬਧ ਕਰਾਇਆ ਗਿਆ ਉਹ ਨਿਰੋਲ ਬੁਰੀ ਮੱਝ ਦਾ ਨਹੀਂ ਸੀ। ਰਾਜਾ हैरान हो गया कि उस दुध दे विच ते मैं जान बुझ के रला कीता सी कि एडा पारखू है ये। दूसरे ने पूछा गया कि तू चावलों का आनंद माणिया? नहीं महाराज मैं चौलों का आनंद नहीं माण सकिया क्योंकि उस बासमती दे विचों मांस की बदबू आउंदी सी। राजा बड़ा हैरान होया, बासमती दे चावलों चों मांस की बदबू? कहने लगता है कि जिथे चावलों की खेती हुई है उत्थे कोई शमशान नज़दीक होएगी। राजे ने तफ्तीश कराई, उस किसान नूं बुलाया जिथों ये चावल आए सन और वाकई पता लगा कि नज़दीक दे विच एक शमशान है जिथे मुर्दे जिहड़े आ वो दफनाए जांदे ने। राजा वाकई अचंभित हो गया, अखां खुलियां दियां खुलियां रह गईयां कि इन्नी फर्क। तीसरे ने पूछा गया भी तेरी तो मालिश वधिया हो गई? कहंदा नहीं महाराज जिहड़ी दासी मेरी मालिश करन आई सी उस दे कोलों बकरी दे दुੱਧ दी महक आउंदी सी ते बकरी दे दुੱਧ दी महक मैनूं चंगी नहीं लगदी, इस करके मैं उहदे कोलों मालिश ही नहीं करा सकिया। उस दी तफ्तीश कीती गई, पता लगा कि उस दासी दी माँ जिहड़ी है छोटे हुंदियां पूरी हो गई सी, इस करके बकरी दा दुੱਧ पिला के उसनूं पालिया गया सी ते उन्हां दे घर भी बकरियां दा दुੱਧ होया करदा सी क्योंकि वो पालदे सन, इस करके बहुता करके उन्हें बकरी दा दुੱਧ पीता होया सी ते ओहदी शरीर दे विच ओह रचिया होया सी। राजा आशश कर उठिया कि इन्ने पारखू नौजवान, इन्ने सोहणे सजीले, ते राजे ने अपनियां तिन्ने ही शहजादियां उन्हां दे नाल विआह दित्तियां। कुछ समा राजे दे नाल बिताउण दे बाद फिर ਉਹ ਆਪਣੇ ਰਾਜ ਨੂੰ ਰਵਾਨਾ ਹੋ ਜਾਂਦੇ ਨੇ। ਉੱਥੇ ਜਾ ਕੇ ਆਪਣੇ ਪਿਤਾ ਜੀ ਨੂੰ ਸਾਰੀ ਕਥਾ ਬਿਆਨ ਕਰਦੇ ਨੇ। ਵਜ਼ੀਰਾਂ ਦੇ ਸਾਹਮਣੇ ਇਹ ਗੱਲ ਰੱਖੀ ਜਾਂਦੀ ਹੈ ਕਿ ਰਾਜ ਦਾ ਵਾਰਿਸ ਕਿਸ ਨੂੰ ਬਣਾਇਆ ਜਾਵੇ। ਵਜ਼ੀਰਾਂ ਦੀ ਸਲਾਹ ਦੇ ਨਾਲ ਫਿਰ ਆਪਣਾ ਉੱਤਰਾਧਿਕਾਰੀ ਉਹ ਵੱਡੇ ਪੁੱਤਰ ਨੂੰ ਉਸ ਦੀ ਉਮਰ ਦੇ ਤਕਾਜ਼ੇ ਦੇ ਨਾਲ ਬਣਾ ਦਿੰਦੇ ਨੇ। ਸੋ ਹਾਜ਼ਰੀਨ, ਕਹਾਣੀ ਸੰਕੇਤ ਕਰਦੀ ਹੈ ਆਪਣੇ ਅੰਦਰ ਦੀ ਅੱਖ ਨੂੰ ਖੋਲੋ, ਆਪਣੇ ਗਿਆਨ ਨੂੰ ਜਗਾਓ। ਜੋ ਤੁਹਾਡਾ ਅੰਦਰੋਂ ਮਨ, ਅੰਦਰਲਾ ਗਿਆਨ ਬੋਲਦਾ ਹੈ ਉਹ ਤੁਹਾਨੂੰ ਬਹੁਤ ਉੱਚੀਆਂ ਪਲਾਂਘਾਂ ਤੱਕ, ਉੱਚੇ ਮੁਕਾਮਾਂ ਤੱਕ ਲੈ ਜਾਏਗਾ ਤੇ ਜ਼ਿੰਦਗੀ ਬਿਤਾਉਣੀ ਆਸਾਨ ਕਰ ਦੇਗਾ। ਮਿਲਾਂਗੇ ਇੱਕ ਨਵੀਂ ਬਾਤ ਤੇ ਨਵੀਂ ਸੇਧ ਦੇ ਨਾਲ। ਤਦ ਤੱਕ ਰੁਪਿੰਦਰ ਕੌਰ ਸਹੋਤਾ ਨੂੰ ਆਗਿਆ ਦਿਓ। ਰੱਬ ਰਾਖਾ।